ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰਿਓ, ਅੱਜ ਆਪਾਂ ਅਸ਼ਟਪਦੀ ਪੰਦਰਵੀਂ ਤੇ ਪਦ ਦੂਜਾ ਵਿਚਾਰਨ ਜਾ ਰਹੇ ਹਾਂ। ਜਿਵੇਂ ਆਪਾਂ ਅਕਸਰ ਬੇਨਤੀ ਕਰਦੇ ਹਾਂ ਕਿ ਕੋਈ ਵੀ ਪ੍ਰਾਣੀ ਇਸ ਧਰਤੀ ਦੇ ਉੱਤੇ ਇੰਨਾ ਸਿਆਣਾ ਨਹੀਂ ਹੈ ਜਿਹੜਾ ਗੁਰੂ ਸਾਹਿਬਾਨ ਦੀਆਂ ਰਮਜ਼ਾਂ ਹੂ ਬਹੂ ਸਮਝ ਸਕੇ। ਜਿੰਨੀ ਸੱਚੇ ਪਾਤਸ਼ਾਹ ਮਿਹਰ ਕਰਦੇ ਹਨ ਓਨੀ ਪ੍ਰਾਣੀ ਵਿਚਾਰ ਸਮਝਦਾ ਹੈ, ਸੁਣਦਾ ਹੈ ਅਤੇ ਬੋਲਦਾ ਹੈ। ਧੰਨ ਧੰਨ ਗੁਰੂ ਅਰਜਨ ਦੇਵ ਜੀ ਨੇ ਸੁਖਮਨੀ ਸਾਹਿਬ ਦੇ ਵਿੱਚ 24 ਅਸ਼ਟਪਦੀਆਂ, ਇੱਕ ਅਸ਼ਟਪਦੀ ਦੇ 8 ਭਾਗ ਜਾਣੀ 8 ਪਦ, ਦੂਸਰੇ ਪਾਸੇ ਪ੍ਰਾਣੀ ਨੂੰ 24 ਘੰਟਿਆਂ ਦੇ ਵਿੱਚ 24,000 ਸਵਾਸ, 1 ਘੰਟੇ ਦੇ ਵਿੱਚ 1,000 ਸਵਾਸ, ਸਮੇਂ ਤੇ ਪ੍ਰਾਣੀ ਨੂੰ ਜਿਹੜੇ ਕਿ ਦੋਨੇ ਹੀ ਪਲ ਪਲ ਬਦਲ ਰਹੇ ਹਨ। ਸਮਾਂ ਵੀ ਬਦਲ ਰਿਹਾ ਹੈ, ਇਨਸਾਨ ਵੀ ਬਦਲ ਰਿਹਾ ਹੈ। ਪ੍ਰੀਤਮ ਪਿਆਰੇ ਨੇ ਹਰ ਛਿਨ, ਹਰ ਪਲ, ਹਰ ਘੜੀ ਪ੍ਰਭੂ ਦੇ ਨਾਲ ਜੋੜਨ ਦੀ ਬਹੁਤ ਹੀ ਸੌਖੀ ਅਤੇ ਪਿਆਰੀ ਵਿਧੀ ਆਪਣੇ ਗੁਰਸਿੱਖ ਨੂੰ ਸਮਝਾਈ ਹੈ ਕਿ ਤੇਰਾ ਲੱਗਦਾ ਹੀ ਕੁਝ ਨਹੀਂ। ਜਦੋਂ ਤੂੰ ਸਵਾਸ ਲੈਂਦਾ ਹੈ ਆਪਣੇ ਪਿਆਰੇ ਨੂੰ ਸਿਮਰ ਲੈ। ਜਿਹਨੇ ਤੈਨੂੰ ਬਣਾਇਆ ਹੈ, ਤੇਰੇ ਉੱਤੇ ਮਿਹਰ ਕੀਤੀ ਹੈ, ਤੇਰੀ ਬਣਤਰ ਸਮੇਂ ਤੈਨੂੰ ਹੀ ਕਿਉਂ ਚੁਣਿਆ ਗਿਆ, ਜਦੋਂ ਕਿ ਡਾਢੇ ਦੇ ਕੋਲ ਲੱਖਾਂ ਦੀ ਗਿਣਤੀ ਦੇ ਵਿੱਚ ਹੋਰ ਕੈਂਡੀਡੇਟ ਮੌਜੂਦ ਸਨ। ਤੇਰੇ ਉੱਤੇ ਕਿਉਂ ਨਜ਼ਰ ਪਈ ਪਿਆਰਿਆ? ਕਿ ਕਿਉਂਕਿ ਪ੍ਰਭੂ ਪਿਆਰਾ ਤੈਨੂੰ ਇਸ ਜਨਮ ਮਰਨ ਦੇ ਬੰਧਨ 'ਚੋਂ ਕੱਢਣਾ ਚਾਹੁੰਦਾ ਹੈ, ਤੈਨੂੰ ਮੋਕਸ਼ ਵੱਲ ਲਿਜਾਣਾ ਚਾਹੁੰਦਾ ਹੈ, ਤੇਰੇ ਉੱਤੇ ਮਿਹਰ ਕਰਨੀ ਚਾਹੁੰਦਾ ਹੈ। ਤੂੰ ਕਿਉਂ ਅਬੇਸਲਾ ਹੋਇਆ ਹੈ? ਤੂੰ ਕਿਉਂ ਨਹੀਂ ਧਿਆਨ ਧਰਦਾ ਕਿ ਤੇਰੀ ਪਰਮਾਤਮਾ ਬੇਸਬਰੀ ਦੇ ਨਾਲ ਇੰਤਜ਼ਾਰ ਕਰ ਰਿਹਾ ਹੈ। ਤੈਨੂੰ ਸਿਰਫ ਪਿੱਛੇ ਮੁੜ ਕੇ ਦੇਖਣ ਦੀ ਲੋੜ ਹੈ। ਜਦੋਂ ਤੂੰ ਉਹਦੇ ਨਾਲ ਵਿਛੜਿਆ ਤਾਂ ਤੇਰਾ ਮੂੰਹ ਦੁਨੀਆ ਵੱਲ ਸੀ। ਮਾਇਆ ਨੇ ਤੈਨੂੰ ਛੱਡ ਲਿਆ ਤੇ ਆਪਣਾ ਬਣਾ ਲਿਆ। ਪਿਆਰਿਆ, ਜੇ ਹੁਣ ਤੂੰ ਉਸ ਦਾਤੇ ਦੇ ਕੋਲ ਜਾਣਾ ਹੈ, ਉਹਦੀਆਂ ਬਖਸ਼ਿਸ਼ਾਂ ਲੈਣੀਆਂ ਹਨ, ਤਾਂ ਤੈਨੂੰ ਆਪਣਾ ਮੂੰਹ ਪਰਮਾਤਮਾ ਵੱਲ ਕਰਨਾ ਹੀ ਪਵੇਗਾ। ਤੈਨੂੰ ਦੁਨੀਆ ਵੱਲ ਪਿੱਠ ਕਰਨੀ ਹੀ ਪਵੇਗੀ। ਉਹ ਦੁਨੀਆ ਜਿਹਦਾ ਤੂੰ ਮਾਣ ਕਰਦਾ ਹੈ, ਉਹ ਸੰਸਾਰ ਜਿਹਨੂੰ ਤੂੰ ਆਪਣਾ ਸਮਝਦਾ ਹੈ, ਉਸ ਸੰਸਾਰ ਦੇ ਵਿੱਚ ਤੇਰੇ ਬਹੁਤ ਜ਼ਿਆਦਾ ਮਿੱਤਰ ਹਨ, ਬਹੁਤ ਜ਼ਿਆਦਾ ਸੰਬੰਧੀ ਹਨ, ਪਿਆਰੇ ਹਨ। ਉਹਨਾਂ ਵੱਲ ਅਵੱਸ਼ ਹੀ ਸਾਰਿਆਂ ਵੱਲ ਤੈਨੂੰ ਪਿੱਠ ਕਰਨੀ ਪਵੇਗੀ, ਕਿਉਂਕਿ ਉਹਨਾਂ ਵਿੱਚ ਇੱਕ ਵੀ ਤੇਰੀ ਸਹਾਇਤਾ ਕਰਨ ਦੇ ਸਮਰੱਥ ਨਹੀਂ ਹੈ। ਸਾਰੇ ਉਸੇ ਦੌੜ ਵਿੱਚ ਲੱਗੇ ਹੋਏ ਹਨ ਜਿਹੜੀ ਦੌੜ ਦੇ ਵਿੱਚ ਤੂੰ ਫਸਿਆ ਹੋਇਆ ਹੈ, ਤੂੰ ਲੱਗਿਆ ਹੋਇਆ ਹੈ। ਤ੍ਰਿਸ਼ਨਾ ਦੀ ਦੌੜ,
ਧਨ ਕਮਾਉਣ ਦੀ ਲੋੜ, ਢੇਰਾਂ ਦੇ ਢੇਰ ਮਾਇਆ ਦੇ ਖੜੇ ਕਰਨ ਦੀ ਤੇਰੀ ਤਾਂਘ। ਪਿਆਰਿਆ, ਤੈਨੂੰ ਇਹ ਛੱਡ ਕੇ ਦੂਸਰੇ ਪਾਸੇ ਮੂੰਹ ਘੁਮਾਉਣਾ ਪਵੇਗਾ। ਗੁਰੂ ਪਿਆਰਿਓ, ਧੰਨ ਧੰਨ ਗੁਰੂ ਅਰਜਨ ਦੇਵ ਜੀ ਨੇ ਸੁਖਮਨੀ ਸਾਹਿਬ ਦੇ ਵਿੱਚ ਇਨਸਾਨ ਦੀ ਔਕਾਤ, ਪੋਜੀਸ਼ਨ ਆਫ ਹਿਊਮਨ ਬੀਇੰਗ, ਜਿਹੜੇ ਪ੍ਰਭੂ ਨੂੰ ਧਿਆਉਂਦੇ ਹਨ ਉਹਨਾਂ ਦੀ ਸਿਫਤ ਸਲਾਹ, ਜਿਹੜੇ ਪ੍ਰਭੂ ਨੂੰ ਧਿਆਉਣ ਵਾਲਿਆਂ ਦੀ ਨਿੰਦਿਆ ਕਰਦੇ ਹਨ, ਚੁਗਲੀ ਕਰਦੇ ਹਨ, ਉਹਨਾਂ ਨੂੰ ਨੀਵੇਂ ਸਮਝ ਕੇ ਜਲੀਲ ਕਰਦੇ ਹਨ, ਉਹਨਾਂ ਦੀ ਬਣਦੀ ਥਾਂ ਦਿਖਾਈ ਹੈ। ਉਹਨਾਂ ਨੂੰ ਨੀਚਾਂ ਤੋਂ ਨੀਚ ਪ੍ਰਭੂ ਦੀ ਦਰਗਾਹ ਦੇ ਵਿੱਚ ਬਿਲਕੁਲ ਡਿਗੇ ਹੋਏ ਪ੍ਰਾਣੀ ਕਰਕੇ ਦਿਖਾਇਆ ਗਿਆ ਹੈ। ਉਹਨਾਂ ਦਾ ਦੁਨੀਆ ਦੇ ਵਿੱਚ ਆਉਣ ਦਾ ਜਾਂ ਰਹਿਣ ਦਾ ਕੋਈ ਵੀ ਕਰਤੱਵਿਆ ਨਹੀਂ ਹੈ, ਕੋਈ ਵੀ ਮਕਸਦ ਨਹੀਂ ਹੈ। ਸੱਚੇ ਪਾਤਸ਼ਾਹ ਨੇ ਉਹਨਾਂ ਨੂੰ ਇੱਕ ਫਾਲਤੂ ਜਾਂ ਬੇਲੋੜੇ ਜਾਂ ਜਨਮੇ ਹੀ ਨਾ ਕਰਕੇ ਗਰਦਾਨਿਆ ਹੈ। ਇੱਥੋਂ ਤੱਕ ਸੱਚੇ ਪਾਤਸ਼ਾਹ ਨੇ ਜਾਨਵਰਾਂ ਦੇ ਮੁਕਾਬਲੇ ਉਹਨਾਂ ਨਿੰਦਕਾਂ ਨੂੰ, ਉਹਨਾਂ ਚੁਗਲਖੋਰਾਂ ਨੂੰ ਪਸ਼ੂਆਂ ਤੋਂ ਵੀ ਨੀਵੇਂ ਬੇਸਮਝ ਕਰਕੇ ਦਰਸਾਇਆ ਹੈ। ਜਿੱਥੇ ਉਹਨਾਂ ਦੀ ਇਹ ਹਾਲਤ ਪ੍ਰੀਤਮ ਪਿਆਰੇ ਨੇ ਦਰਸਾਈ ਹੈ, ਉੱਥੇ ਆਪਣੇ ਪਿਆਰੇ ਭਗਤਾਂ ਦੀ ਮਲੰਗ ਲੋਕ ਜਿਹੜੇ 24 ਘੰਟੇ ਰੰਗ ਦੇ ਵਿੱਚ ਰੰਗੇ ਹੋਏ ਹਨ, ਮਤਵਾਲੇ ਹਨ, ਦੀਵਾਨੇ ਹਨ, ਪ੍ਰਭੂ ਦੇ ਰਸੀਏ ਹਨ, ਉਹਨਾਂ ਦੀ ਮਹਿਮਾ ਅਪਾਰ ਕੀਤੀ ਹੈ। ਇੰਨੀ ਸਿਫਤ ਸਲਾਹ ਉਹਨਾਂ ਦੀ ਪ੍ਰੀਤਮ ਪਿਆਰੇ ਕਰਦੇ ਹਨ ਕਿ ਉਹਨਾਂ ਨੂੰ ਪਰਮਾਤਮਾ ਦੇ ਸਮਾਨ ਹੀ ਸਤਿਕਾਰਦੇ ਹਨ। ਪਰਮਾਤਮਾ ਦੇ ਬਰਾਬਰ ਦਾ ਰੁਤਬਾ ਉਹਦੇ ਭਗਤਾਂ ਨੂੰ ਦਿੰਦੇ ਹਨ। ਉਹਨਾਂ ਪਿਆਰਿਆਂ ਤੋਂ ਕੁਰਬਾਨ ਹੋਣਾ ਲੋਚਦੇ ਹਨ ਤੇ ਉਹਨਾਂ ਦੇ ਚਰਨਾਂ ਦੀ ਧੂੜ ਬਣ ਕੇ ਜੀਣਾ ਚਾਹੁੰਦੇ ਹਨ। ਗੁਰੂ ਪਿਆਰਿਓ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, 5 ਤੱਤ ਪਰਮਾਤਮਾ ਨੇ ਇਨਸਾਨ ਦੇ ਸਰੀਰ ਨੂੰ ਬਣਾਉਣ ਦੇ ਵਿੱਚ ਲਗਾਏ ਹਨ, ਜੋ ਕਿ ਬਹੁਤ ਹੀ ਜ਼ਰੂਰੀ ਹਨ। ਪਰ ਇਹਨਾਂ ਦੀ ਮਕਦਾਰ ਇਨਸਾਨ ਉਲਟੀ ਪੁਲਟੀ ਕਰ ਬੈਠਦਾ ਹੈ। ਇਹਨਾਂ ਦੀ ਰੇਸ਼ੋ ਹੈ ਜਿਹੜੀ, ਇਹਨਾਂ ਦੀ ਵਰਤਣ ਦਾ ਤਰੀਕਾ ਜਿਹੜਾ, ਉਹਨੂੰ ਇੰਨਾ ਅਪਸੈਟ ਕਰ ਦਿੰਦਾ ਹੈ, ਇੰਨੇ ਬੇਲੋੜੇ ਤਰੀਕੇ ਨਾਲ ਵਰਤਦਾ ਹੈ ਕਿ ਆਪ ਇਸ ਚੱਕਰ ਵਿਊ ਦੇ ਵਿੱਚ ਫਸ ਜਾਂਦਾ ਹੈ। ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਕਰਕੇ ਹੀ ਉਹ ਤ੍ਰਿਸ਼ਨਾ ਦੇ ਵਿੱਚ ਸੜਦਾ ਹੈ, ਭਟਕਦਾ ਹੈ, ਇਕੱਲਾ ਮਹਿਸੂਸ ਕਰਦਾ ਹੈ, ਡਰਿਆ ਡਰਿਆ, ਘਿਰਿਆ ਘਿਰਿਆ ਆਪਣੇ ਆਪ ਨੂੰ ਪਾਉਂਦਾ ਹੈ। ਧੰਨ ਧੰਨ ਗੁਰੂ ਅਰਜਨ ਦੇਵ ਜੀ ਮਿਹਰ ਕਰਦੇ ਹਨ ਕਿ ਸਭ ਤੋਂ ਵੱਡੀ ਸਮੱਸਿਆ ਤੇਰੀ ਪ੍ਰਾਣੀ ਹੰਕਾਰ ਦੀ ਹੈ। ਵਨ ਆਫ ਦਾ 5th ਐਲੀਮੈਂਟ ਇਜ਼ ਅ ਪ੍ਰਾਈਡ। ਖੁਦੀ ਤੇ ਖੁਦਾ ਦਾ ਕੁਦਰਤੀ ਤੌਰ 'ਤੇ ਵੈਰ ਹੈ।
ਸੱਚੇ ਪਾਤਸ਼ਾਹ ਸਮਝਾਉਂਦੇ ਹਨ ਸਾਨੂੰ ਕਿ ਕੋਈ ਆਪਣਾ ਹੰਕਾਰ ਕਰਦਾ ਸੋਹਣੇ ਹੋਣ ਦਾ, ਕੋਈ ਬਲਵਾਨ ਹੋਣ ਦਾ ਕਰਦਾ ਹੈ, ਕੋਈ ਪ੍ਰਾਣੀ ਮਾਣ ਕਰਦਾ ਹੈ ਪੈਸੇ ਦਾ, ਧਨ ਦਾ, ਦੌਲਤ ਦਾ, ਕੋਈ ਮਾਣ ਕਰਦਾ ਹੈ ਆਪਣੀ ਅਕਲ ਦਾ। ਸੱਚੇ ਪਾਤਸ਼ਾਹ ਮਿਹਰ ਕਰਦੇ ਹਨ ਕਿ ਜਿਹਨੇ ਵੀ ਜਿਹੜੀ ਚੀਜ਼ ਦਾ ਮਾਣ ਕਰ ਲਿਆ ਉਹ ਆਪਣੇ ਆਪ ਨੂੰ ਥੱਲੇ ਲਾ ਕੇ ਘਟਾ ਗਿਆ। ਜੇ ਕੋਈ ਸੁੰਦਰ ਹੈ ਸਰੀਰ ਦੇ ਪੱਖੋਂ, ਆਤਮਾ ਦੇ ਪੱਖੋਂ, ਬਹੁਤ ਸਾਰੇ ਇਨਸਾਨ ਹੈ ਜਿਹੜੇ ਚਿਹਰੇ ਵੱਲੋਂ ਸੋਹਣੇ ਨਹੀਂ ਹੋ ਸਕਦੇ ਪਰ ਉਹਨਾਂ ਦੀ ਆਤਮਾ ਬਹੁਤ ਪਿਆਰੀ ਹੁੰਦੀ ਹੈ। ਜਦੋਂ ਤੁਸੀਂ ਉਹਨਾਂ ਨਾਲ ਬੋਲ ਪਏ, ਗੱਲ ਕਰ ਲਈ ਤਾਂ ਵਿਛੜਨ ਨੂੰ ਦਿਲ ਨਹੀਂ ਕਰਦਾ। ਅੰਮ੍ਰਿਤ ਵੰਡਦੇ ਹਨ। ਕਈ ਪ੍ਰਾਣੀ ਸਰੀਰਕ ਤੌਰ 'ਤੇ ਬੜੇ ਬਲਵਾਨ ਹੁੰਦੇ ਹਨ ਪਰ ਇੰਨੇ ਹੰਕਾਰੀ ਹੁੰਦੇ ਹਨ, ਉਹਨਾਂ ਦੇ ਚਿਹਰੇ ਵੱਲ ਦੇਖ ਕੇ ਤੁਹਾਡੀ ਹਿੰਮਤ ਨਹੀਂ ਪੈਂਦੀ ਕਿ ਤੁਸੀਂ ਇਸ ਗੁੱਸੇਖੋਰੇ ਬੰਦੇ ਨਾਲ ਗੱਲ ਵੀ ਕਰੋ। ਕਈ ਇਨਸਾਨ ਇੰਨੇ ਧਨਵੰਤ ਹੁੰਦੇ ਹਨ, ਉਹਨਾਂ ਦੇ ਵਿੱਚ ਭਾਵਨਾ, ਕਾਈਂਡਨੈਸ, ਪੋਲਾਈਟਨੈਸ, ਹੰਬਲਨੈਸ ਡਾਊਨ ਟੂ ਦੀ ਅਰਥ ਹੁੰਦੀ ਹੈ। ਬਿਲਕੁਲ ਰੈ ਬੁਲਾਰ ਦੀ ਤਰ੍ਹਾਂ, ਨੇੜੇ ਵੀ ਹੰਕਾਰ ਨਹੀਂ ਹੁੰਦਾ ਪਰ ਦੂਸਰੇ ਪਾਸੇ ਕਈ ਲੋਕ ਅਮੀਰ ਹੁੰਦੇ ਹਨ, ਉਹ ਆਪਣੀ ਧੌਂਸ, ਆਪਣਾ ਹੰਕਾਰ, ਜਿਨ੍ਹਾਂ ਦੇ ਕੋਲ ਦੌਲਤ ਨਹੀਂ ਹੈ, ਲਾਲੋ ਰੂਪੀ ਹਨ, ਉਹਨਾਂ ਨੂੰ ਜਲੀਲ ਕਰਨ ਉੱਤੇ ਬਹੁਤ ਸਮਾਂ ਲਗਾ ਦਿੰਦੇ ਹਨ। ਉਹਨਾਂ ਦੇ ਦਿਲ ਦੇ ਵਿੱਚ ਲਾਲਸਾ ਪੈਦਾ ਕਰਦੇ ਹਨ ਕਿ ਤੁਸੀਂ ਜ਼ਿੰਦਗੀ ਦੇ ਵਿੱਚ ਲੂਜ਼ਰ ਹੋ, ਤੁਸੀਂ ਹਾਰੇ ਹੋਏ ਹੋ। ਮੇਰੇ ਵੱਲ ਦੇਖੋ, ਮੈਂ ਕਿੰਨੀਆਂ ਬੁਲੰਦੀਆਂ ਛੋਹ ਲਈਆਂ ਹਨ, ਮੈਂ ਕਿੰਨਾ ਧਨ ਕਮਾਇਆ ਹੈ, ਕਿੰਨਾ ਮਟੀਰੀਅਲ ਇਕੱਠਾ ਕੀਤਾ ਹੈ, ਮੈਂ ਕਿੱਥੇ ਦੀ ਕਿੱਥੇ ਪਹੁੰਚ ਗਿਆ। ਸੱਚੇ ਪਾਤਸ਼ਾਹ ਨੇ ਉਹਨਾਂ ਨੂੰ ਅਤੀ ਗਰੀਬ ਦੱਸਿਆ ਹੈ। ਬੇਸ਼ੱਕ ਦੁਨੀਆ ਦੀ ਤੱਕੜੀ ਦੇ ਮੁਤਾਬਕ ਦੁਨੀਆ ਦੇ ਲਈ ਉਹਨਾਂ ਦੀ ਕੋਈ ਹੋਂਦ ਹੋਵੇ ਪਰ ਧੰਨ ਧੰਨ ਗੁਰੂ ਅਰਜਨ ਦੇਵ ਜੀ ਨੇ ਉਹਨਾਂ ਨੂੰ ਨਾ ਹੋਣੇ ਹੀ ਦੱਸਿਆ ਹੈ, ਜੈਸੇ ਉਹ ਪੈਦਾ ਹੀ ਨਹੀਂ ਹੋਏ। ਸਭ ਤੋਂ ਪਹਿਲਾਂ ਪਾਤਸ਼ਾਹ ਰੂਪਵੰਤ ਦੀ ਗੱਲ ਕਰਦੇ ਹਨ, ਸੁੰਦਰ ਸਰੀਰ ਵਾਲਿਆਂ ਦੀ। ਰੂਪਵੰਤ ਹੋਏ ਨਾਹੀ ਮੋਹੇ। ਜਿਹੜਾ ਸੁੰਦਰ ਹੈ, ਜਿਹਦੇ ਸਰੀਰ ਨੂੰ ਪ੍ਰਭੂ ਨੇ ਬਾਖੂਬੀ ਨਾਲ ਬਣਾਇਆ ਹੈ, ਉਹ ਹੰਕਾਰ ਨਹੀਂ ਕਰਦਾ। ਉਹ ਭੋਲਾ ਵੀ ਅਤੀ ਦਾ ਹੁੰਦਾ ਹੈ। ਉਹ ਆਪਣੀ ਸੁੰਦਰਤਾ ਦੂਸਰਿਆਂ ਉੱਤੇ ਸ਼ੇਖੀ ਲਈ ਨਹੀਂ ਵਰਤਦਾ। ਗੁਰੂ ਪਿਆਰਿਓ, ਤੁਸੀਂ ਆਮ ਦੇਖਿਆ ਹੋਵੇਗਾ ਜੀਵਨ ਦੇ ਵਿੱਚ ਵੱਡੇ ਵੱਡੇ ਸ਼ੇਰ, ਵੱਡੇ ਵੱਡੇ ਚੀਤੇ, ਭਾਲੂ, ਵੱਡੀਆਂ ਵੱਡੀਆਂ ਮੱਛੀਆਂ ਉਮਰ ਦੇ ਤਕਾਜ਼ੇ ਨਾਲ ਕਰੂਪ ਨਹੀਂ ਹੁੰਦੇ। ਉਹ ਜਾਨਵਰ ਕਰੂਪ ਨਹੀਂ ਹੁੰਦੇ, ਸਗੋਂ ਹੋਰ ਸੋਹਣੇ ਲੱਗਦੇ ਹਨ,
ਹੋਰ ਸੁੰਦਰਤਾ ਨਿਖਰਦੀ ਹੈ, ਕਿਉਂਕਿ ਉਹ ਚੁਗਲੀ ਨਿੰਦਿਆ ਤੋਂ ਦੂਰ ਹਨ। ਉਹਨਾਂ ਨੂੰ ਸਾਰੇ ਜੀਵਨ ਦੇ ਵਿੱਚ ਪ੍ਰਭੂ ਸ਼ਿੰਗਾਰਦਾ ਹੀ ਰਹਿੰਦਾ ਹੈ। ਦੂਸਰੇ ਪਾਸੇ ਤੁਸੀਂ ਪ੍ਰਾਣੀ ਦੇਖ ਲਵੋ, ਬਹੁਤ ਹੀ ਅਤੀ ਸੁੰਦਰ ਪ੍ਰਾਣੀ ਬੁਢਾਪੇ ਦੇ ਵਿੱਚ ਕਰੂਪ ਹੋ ਜਾਂਦੇ ਹਨ, ਕਿਉਂਕਿ ਉਹਨਾਂ ਨੇ ਆਪਣੀ ਸੁੰਦਰਤਾ ਦੀ ਸ਼ੇਖੀ ਇੰਨੀ ਮਾਰ ਦਿੱਤੀ, ਇੰਨਾ ਹੰਕਾਰ ਕਰ ਦਿੱਤਾ, ਉਹਦਾ ਦਾ ਰੂਪ ਪ੍ਰਭੂ ਨੇ ਕਰੂਪ ਬਣਾ ਦਿੱਤਾ। ਸ਼ੇਖੀ ਤੇ ਨਿੰਦਿਆ ਸਕੀਆਂ ਭੈਣਾਂ ਹਨ। ਸ਼ੇਖੀ ਵੀ ਮਾਰੀ ਜਾਓ ਤਾਂ ਵੀ ਫਸਦੇ ਹੋ, ਨਿੰਦਿਆ ਕਰਦੇ ਹੋ ਤਦ ਵੀ ਫਸਦੇ ਹੋ। ਜੇ ਪ੍ਰਾਣੀ ਦੋਨਾਂ ਚੋਂ ਨਿਕਲ ਜਾਵੇ ਤਾਂ ਅਕਾਲ ਪੁਰਖ ਦੀ ਮਿਹਰ ਦਾ ਅਭਿਲਾਸ਼ੀ ਹੋ ਸਕਦਾ ਹੈ। ਰੂਪਵੰਤ ਹੋਏ ਨਾਹੀ ਮੋਹੇ, ਹੋਰਨਾਂ ਦੇ ਨਾਲ ਫਰੇਬ ਕਰਦਾ ਹੈ, ਸ਼ੇਖੀਆਂ ਮਾਰਦਾ ਹੈ ਆਪਣੇ ਸੁੰਦਰ ਹੋਣ ਦੀ। ਪ੍ਰਭ ਕੀ ਜੋਤ ਸਗਲ ਘਟ ਸੋਹੇ, ਪ੍ਰਭੂ ਦਾ ਪ੍ਰਕਾਸ਼ ਸਾਰਿਆਂ ਦੇ ਸਰੀਰ ਦੇ ਅੰਦਰ ਹੈ। ਆਪਣੇ ਸਾਰਿਆਂ ਦਾ ਸਰੀਰ ਪ੍ਰਭੂ ਦੀ એનર્ਜੀ ਨਾਲ ਜੁੜਿਆ ਹੋਇਆ ਹੈ। ਅਕਾਲ ਪੁਰਖ ਦੀ એનર્ਜੀ ਹਰ ਜਰੇ ਜਰੇ, ਹਰ ਪਲ ਪਲ ਦੇ ਵਿੱਚ ਮੌਜੂਦ ਹੈ, ਤੇ ਸਾਡਾ ਸਾਰਿਆਂ ਦਾ ਜਿਹੜਾ ਪਲੱਗ ਹੈ ਉਹਦੇ ਨਾਲ ਜੁੜਿਆ ਹੋਇਆ ਹੈ। ਉਹਦੀ ਲਾਈਟ ਸਾਰਿਆਂ ਦੇ ਵਿੱਚ ਜਗ ਰਹੀ ਹੈ, ਪ੍ਰਕਾਸ਼ ਹੋਈ ਹੈ ਤੇ ਸੋਹਣੀ ਲੱਗ ਰਹੀ ਹੈ। ਪ੍ਰਭ ਕੀ ਜੋਤ ਸਗਲ ਘਟ ਸੋਹੇ, ਸਾਰਿਆਂ ਦੇ ਵਿੱਚ ਅਤ ਸੁੰਦਰ ਨਜ਼ਰ ਆ ਰਹੀ ਹੈ। ਧਨਵੰਤਾ ਹੋਏ ਕਿਆ ਕੋ ਗਰਬ ਹੈ। ਸੱਚੇ ਪਾਤਸ਼ਾਹ ਮਿਹਰ ਕਰਦੇ ਹਨ ਕਿ ਅਮੀਰ ਬਣ ਕੇ ਕਿਉਂ ਛਾਤੀ ਚੌੜੀ ਕਰਕੇ ਗਰੀਬਾਂ ਨੂੰ ਧਮਕਾਉਂਦਾ ਹੈ, ਕਿਉਂ ਲੋਕਾਂ ਉੱਤੇ ਰੋਹਬ ਜਮਾਉਂਦਾ ਹੈ। ਤੇਰੇ ਉੱਤੇ ਤੇਰੇ ਪੂਰਬਲੇ ਕਰਮਾਂ ਦੀ ਅਪਾਰ ਕਿਰਪਾ ਹੋਈ ਤੇ ਤੈਨੂੰ ਪਦਾਰਥ ਮਿਲ ਗਿਆ। ਤੈਂ ਕਮਾਈ ਕੀਤੀ, ਪੂਰਬਲਿਆਂ ਦੇ ਵਿੱਚ ਤੈਂ ਪਾ ਲਿਆ, ਪਰ ਗਰਜਦਾ ਕਿਉਂ ਫਿਰਦਾ ਬੱਦਲ ਦੀ ਤਰ੍ਹਾਂ? ਗਰਭ ਦਾ ਕਿਉਂ ਫਿਰਦਾ? ਕਿਉਂ ਸਿਰ ਕੜਾ ਕੇ ਤੁਰਦਾ ਭੋਲੇ ਲੋਕਾਂ ਦੇ ਉੱਤੇ ਰੋਹਬ ਜਮਾਉਣ ਦੇ ਲਈ? ਜਾਂ ਸਭ ਕਿਛ ਤਿਸ ਦਾ ਤਿਸ ਕਾ ਦੀਆ ਦਰਬ ਹੈ। ਤੈਨੂੰ ਭੋਲਿਆ ਇਹ ਸਮਝ ਲੱਗ ਜਾਣੀ ਚਾਹੀਦੀ ਹੈ ਕਿ ਜਿਹੜਾ ਤੇਰੇ ਕੋਲ ਕੁਝ ਤੇਰੇ ਕੋਲ ਮੌਜੂਦ ਹੈ ਉਹ ਨਾ ਤਾਂ ਤੈਂ ਕਮਾਇਆ ਹੈ ਤੇ ਨਾ ਹੀ ਉਹ ਤੇਰਾ ਹੈ। ਪ੍ਰੀਤਮ ਪਿਆਰੇ ਨੇ ਮਿਹਰ ਕਰਕੇ ਤੈਨੂੰ ਦਾਤ ਦਿੱਤੀ ਹੈ। ਮਿਹਰ ਕਰਕੇ ਤੂੰ ਉਹਦੀ ਪ੍ਰਾਪਤੀ ਕੀਤੀ ਹੈ। ਇਹ ਮਤ ਸਮਝ ਕਿ ਇਹ ਤੇਰਾ ਹੈ। ਤੂੰ ਡੂੰਘਾਈ ਨਾਲ ਮਿਸਟਰ ਹਿਊਮਨ ਬੀਇੰਗ ਸੋਚ ਲੈ, ਵਿਚਾਰ ਕਰ ਲੈ ਕਿ ਜਦ ਤੂੰ ਹੀ ਤੇਰਾ ਨਹੀਂ ਹੈ, ਯੂ ਡੋਂਟ ਬਿਲੋਂਗ ਟੂ ਯੂਅਰ ਸੈਲਫ, ਫਿਰ ਤੇਰਾ ਕਮਾਇਆ ਹੋਇਆ ਧਨ ਤੇਰਾ ਕਿਸ ਤਰ੍ਹਾਂ ਹੋ ਸਕਦਾ ਹੈ? ਤੂੰ ਵੱਡੇ ਵੱਡੇ ਗਰਜੇ ਮਾਰਦਾ ਹੈ, ਗਰਬਦਾ ਹੈ ਕਿ ਮੈਂ ਅਮੀਰ ਹਾਂ, ਮੈਂ ਰਿਚ ਹਾਂ, ਮੈਨੂੰ ਦੇਖੋ। ਲੋਕਾਂ ਨੂੰ ਧਮਕਾਉਂਦਾ ਡਰਾਉਂਦਾ ਹੈ ਕਿ ਮੇਰੀ ਇੱਜ਼ਤ ਕਰੋ। ਤੇਰਾ ਪਿਤਾ ਗੁਰੂ ਨਾਨਕ ਸਾਰੀ ਸ੍ਰਿਸ਼ਟੀ ਦਾ ਮਾਲਕ,
ਪ੍ਰਭੂ ਦਾ ਰੂਪ ਆਪਣੇ ਆਪ ਨੂੰ ਨੀਚਾਂ ਤੋਂ ਵੀ ਨੀਚ ਦੱਸਦਾ। ਤੂੰ ਤੇਰੇ ਪੱਲੇ ਕੁਝ ਵੀ ਨਹੀਂ ਹੈ, ਤੂੰ ਥੋੜ੍ਹੀ ਜਿਹੀ ਭੂਮ ਦਾ, ਥੋੜ੍ਹੇ ਜਿਹੇ ਧਨ ਦਾ ਗਮਾਨ ਲੈ ਕੇ ਰੋਗੀ ਬਣਿਆ ਹੋਇਆ। ਤੈਨੂੰ ਜਿਵੇਂ ਪਾਗਲ ਆਦਮੀ ਨੂੰ ਦੌਰਾ ਪੈਂਦਾ ਉੱਚੀ ਉੱਚੀ ਬੋਲਣ ਦਾ, ਰਿੱਛ ਵਾਂਗੂ ਟੱਪਣ ਦਾ, ਨੱਚਣ ਦਾ, ਇਹ ਤੇਰਾ ਹਲਕਾ ਹੈ ਜਿਹੜਾ ਤੇਰੇ ਹੰਕਾਰ ਕਰਕੇ ਤੈਨੂੰ ਲੱਗਿਆ ਹੋਇਆ ਇੱਕ ਭੋਲਿਆ ਰੋਗ ਹੈ। ਧਨਵੰਤਾ ਹੋਏ ਕਿਆ ਕੋ ਗਰਭ ਹੈ, ਅਮੀਰ ਹੋ ਕੇ ਕਿਉਂ ਤੂੰ ਰੌਲਾ ਪਾਉਣਾ ਗਰਜਦਾ ਫਿਰਦਾ, ਜਾਂ ਸਭ ਕਿਛ ਤਿਸ ਕਾ ਦੀਆ ਦਰਬ ਹੈ। ਸਾਰਾ ਕੁਝ ਤੈਨੂੰ ਮਿਹਰ ਕਰਕੇ ਮਿਲਿਆ ਹੋਇਆ ਹੈ, ਉਹਦੀ ਕਿਰਪਾ ਦੇ ਨਾਲ ਤੈਨੂੰ ਚੁਣਿਆ ਹੈ। ਤੇਰੀ ਕਮਾਈ ਤੇਰੇ ਰਾਸ ਆਈ ਹੈ, ਸਗੋਂ ਸ਼ੁਕਰਾਨਾ ਕਰ, ਸਗੋਂ ਵੰਡ ਦੇ ਲੋੜਵੰਦਾਂ ਨੂੰ, ਉਹਨਾਂ ਦੀ ਲੋੜ ਪੂਰੀ ਕਰ, ਜਿਹੜੇ ਪ੍ਰਭੂ ਦੇ ਬਣਾਏ ਹੋਏ ਲੋੜਵੰਦ ਇਨਸਾਨ ਹਨ। ਤੇਰੇ ਪਿਤਾ ਪਰਮੇਸ਼ਰ ਗੁਰੂ ਨਾਨਕ ਨੇ ਸਭ ਕੁਝ ਵੰਡ ਦਿੱਤਾ, ਕੁਝ ਵੀ ਨਹੀਂ ਰੱਖਿਆ। ਪਿਓ ਨੇ ਬੜੀ ਮਿਹਨਤ ਨਾਲ ਕਮਾਈ ਕੀਤੀ, 20 ਰੁਪਈਏ ਜੋੜੇ ਤੇ ਸਾਰੇ ਦੇ ਸਾਰੇ ਆਪਣੇ ਇਕਲੌਤੇ ਜਿਗਰ ਦੇ ਟੋਟੇ ਨੂੰ ਦੇ ਦਿੱਤੇ ਕਿ ਗੋ ਡੂ ਦਾ ਬਿਜ਼ਨਸ, ਇਨਵੈਸਟ ਦਾ ਮਨੀ। ਪਿਆਰਿਆ, ਤੇਰੇ ਪਿਤਾ ਨੇ ਸਾਰੀ ਦੀ ਸਾਰੀ ਮਨੀ ਲੋੜਵੰਦਾਂ ਦੇ ਲਈ ਦੇ ਦਿੱਤੀ, ਵੰਡ ਦਿੱਤੀ। ਉਹ ਚਾਹੁੰਦੇ ਅੱਧੀ ਰੱਖ ਸਕਦੇ ਸੀ, ਤੇ ਫਿਰ ਅੱਜ ਦੁਨੀਆ ਦੇ ਵਿੱਚ ਉਹਦੇ ਪਿਆਰਿਆਂ ਦੀ ਇਸ ਤਰ੍ਹਾਂ ਇੱਜ਼ਤ ਸਤਿਕਾਰ ਨਾ ਹੁੰਦਾ। ਦੂਰੋਂ ਦਸਤਾਰ ਵਾਲੇ ਨੂੰ ਦੇਖ ਕੇ ਲੋਕ ਝੁਕਦੇ ਨਾ। ਜੇ ਕਿਤੇ ਗੁਰੂ ਨਾਨਕ 10 ਰੁਪਈਏ ਦਾ ਲੰਗਰ ਚਲਾ ਦਿੰਦਾ ਤੇ 10 ਘਰੇ ਮੋੜ ਕੇ ਆਪਣੇ ਪਿਤਾ ਜੀ ਨੂੰ ਦੇ ਦਿੰਦਾ। ਉਹਨੂੰ ਪਤਾ ਸੀ ਕਿ ਪੂਰਨ ਕੁਰਬਾਨ ਹੋਣ ਦੀ ਲੋੜ ਹੈ, ਪੂਰਨ ਤਿਆਗ ਦੀ ਲੋੜ ਹੈ। ਧਨਵੰਤਾ ਹੋਏ ਕਿਆ ਕੋ ਗਰਭ ਹੈ, ਜਾਂ ਸਭ ਕਿਛ ਤਿਸ ਕਾ ਦੀਆ ਦਰਬ ਹੈ। ਅਤ ਸੂਰਾ ਜੋ ਕਉ ਕੋ ਕਹਾਵੇ, ਜੇ ਕਉ ਕਹਾਵੇ। ਜੇ ਕੋਈ ਆਪਣੇ ਆਪ ਨੂੰ ਤਾਕਤਵਰ ਸਮਝਦਾ ਹੈ, ਬਲਵਾਨ ਮੰਨਦਾ ਹੈ, ਉਹਦੇ ਦਿਲ ਦੇ ਵਿੱਚ ਹੰਕਾਰ ਆਉਂਦਾ ਹੈ। ਇਤਿਹਾਸ ਨੂੰ ਪੜ੍ਹ ਕੇ ਦੇਖ ਲਵੋ, ਜਿਹਦੇ ਵਿੱਚ ਵੀ ਹੰਕਾਰ ਆ ਗਿਆ ਉਹਦਾ ਵਿਨਾਸ਼ ਹੋ ਗਿਆ। ਜਦੋਂ ਵੀ ਹੰਕਾਰ ਆਇਆ ਉਹ ਇਸ ਧਰਤੀ ਤੋਂ ਤੁਰ ਗਿਆ। ਚਾਹੇ ਉਹ ਸੁਕਰਾਤ ਹੋਵੇ, ਚਾਹੇ ਉਹ ਸਿਕੰਦਰ ਹੋਵੇ, ਚਾਹੇ ਉਹ ਰਾਵਣ ਹੋਵੇ, ਚਾਹੇ ਉਹ ਹਰਨਾਕਸ਼ ਹੋਵੇ, ਜਿਹਦੇ ਵਿੱਚ ਜਿੰਨਾ ਰਤੀ ਪਰ ਹੰਕਾਰ ਆ ਗਿਆ ਉਹ ਬਚਿਆ ਨਹੀਂ ਹੈ। ਤੂੰ ਆਪਣੀ ਤਨ ਦੀ ਸ਼ਕਤੀ ਨੂੰ ਲੋਕਾਂ ਉੱਤੇ ਵੱਡੀ ਕਰਕੇ ਨਾ ਬਣਾ, ਨਾ ਦਿਖਾ। ਮਸਕੀਨ ਵਰਗਾ ਬਣ ਜਾ, ਉਸ ਭਲਵਾਨ ਵਰਗਾ ਜਿਹੜਾ ਅਤ ਬਲਵਾਨ ਤੇ ਨਿਮਰਤਾ ਦਾ ਪੁੰਜ, ਜਿਹਨੇ ਇੱਕ ਗਰੀਬ ਦੀ ਕੁੜੀ ਦੀ ਸ਼ਾਦੀ ਲਈ ਆਪਣਾ ਘੋਲ ਹਾਰ ਦਿੱਤਾ ਤੇ ਢਹਿ ਗਿਆ।
ਥੱਲੇ ਢਹਿ ਗਿਆ ਤੇ ਗਰੀਬ ਨੂੰ ਆਪਣੀ ਛਾਤੀ ਉੱਤੇ ਬਿਠਾ ਲਿਆ ਪਿਆਰਿਆ। ਰਹਿੰਦੀ ਦੁਨੀਆ ਤੱਕ ਮਸਕੀਨ ਦਾ ਨਾਂ, ਉਸ ਭਲਵਾਨ ਦਾ ਨਾਂ ਅਮਰ ਹੋ ਗਿਆ। ਸੱਚੇ ਪਾਤਸ਼ਾਹ ਨੇ ਧੰਨ ਧੰਨ ਗੁਰੂ ਅਰਜਨ ਦੇਵ ਜੀ ਨੇ ਆਪਣੀ ਬਾਣੀ ਦੇ ਵਿੱਚ ਦਰਜ ਕਰ ਦਿੱਤਾ, ਸੁਖੀ ਬਸੇ ਮਸਕੀਨਿਆ ਆਪ ਨਵਾਰ ਤਲੇ, ਵੱਡੇ ਵੱਡੇ ਹੰਕਾਰੀਆਂ ਨਾਨਕ ਗਰਭ ਗਲੇ। ਉਹ ਮਸਕੀਨ ਭਲਵਾਨ ਸੱਚੇ ਪਾਤਸ਼ਾਹ ਨੇ ਆਪਣੇ ਜਿਗਰ ਦੇ ਨਾਲ ਲਗਾ ਲਿਆ, ਪਿਆਰ ਦੇ ਨਾਲ ਬਾਣੀ ਦੇ ਵਿੱਚ ਉਹਦਾ ਨਾਂ ਦਰਜ ਹੋ ਗਿਆ। ਜੇ ਤੂੰ ਸੂਰਾ ਹੈ ਤਾਂ ਮਸਕੀਨ ਬਣ ਕੇ ਜੀ। ਰਾਵਣ ਤੇ ਹਰਨਾਕਸ਼ ਨੇ ਕੀ ਖੱਟਿਆ ਤਾਕਤ ਦੇ ਵਿੱਚੋਂ, ਅਤ ਸੂਰਾ ਜੇ ਕੋ ਕਹਾਵੇ। ਜੇ ਕੋਈ ਕਹਿੰਦਾ ਮੈਨੂੰ ਤਕੜਾ ਕਹੋ, ਮੇਰੀ ਬੱਲੇ ਬੱਲੇ ਕਰੋ, ਲੋਕਾਂ ਦੇ ਵਿੱਚ ਦੱਸੋ ਕਿ ਮੈਂ ਕਿੰਨਾ ਤਾਕਤਵਰ ਹਾਂ, ਝੱਲਿਆ ਕਮਲਿਆ ਇੱਕ ਛਿੰਨ ਦੇ ਵਿੱਚ ਤੈਨੂੰ ਢਾਹ ਦੇਵੇਗਾ। ਪ੍ਰਭ ਕੀ ਕਲਾ ਬਿਨਾ ਕਹਿ ਧਾਵੇ। ਉਹਦੀ ਮਿਹਰ ਤੋਂ ਬਿਨਾਂ, ਸੁਆਮੀ ਦੀ ਕਿਰਪਾ ਤੋਂ ਬਿਨਾਂ ਤੂੰ ਕਿਸੇ ਨੂੰ ਜਿੱਤ ਹੀ ਨਹੀਂ ਸਕਦਾ। ਜੇ ਤੂੰ ਖੇਡ ਖੇਡਦਾ ਹੈ ਆਪਣੇ ਸਰੀਰ ਦੇ ਬਲ ਬੂਤੇ ਉੱਤੇ, ਜੇ ਉਹਦੀ ਅਪਾਰ ਕਿਰਪਾ ਨਾ ਹੋਵੇ ਤਾਂ ਹਾਰ ਜਾਵੇਗਾ। ਜੇ ਤੂੰ ਕੁਸ਼ਤੀ ਲੜਦਾ ਹੈ ਤੂੰ ਵਸ਼ ਹੀ ਢਹਿ ਜਾਵੇਗਾ। ਜਾਂ ਤੂੰ ਕੋਈ ਹੋਰ ਖੇਡ ਖੇਡਦਾ ਹੈ, ਬੁਲੰਦੀਆਂ ਨੂੰ ਛੂਹਦਾ ਹੈ, ਜੇ ਤੇਰੇ ਹੰਕਾਰ ਨੇ ਲੋਕਾਂ ਦੇ ਵਿੱਚ ਇਹ ਦਿਖਾ ਦਿੱਤਾ ਕਿ ਤੂੰ ਹੁਣ ਰਾਜ ਕਰਦਾ, ਭੋਲਿਆ ਪ੍ਰਭੂ ਤੇਰਾ ਇੱਕ ਪਲ ਦੇ ਵਿੱਚ ਸਤਿਕਾਰ ਮਾਰ ਦੇਵੇਗਾ, ਤੈਨੂੰ ਪਟਕਾ ਕੇ ਧਰਤੀ ਉੱਤੇ ਸੁੱਟ ਦੇਵੇਗਾ। ਅਤ ਸੂਰਾ ਜੇ ਕੋ ਕਹਾਵੇ। ਜੇ ਬਹੁਤ ਵੱਡਾ ਕੋਈ ਆਪਣੇ ਆਪ ਨੂੰ ਸ਼ਕਤੀਸ਼ਾਲੀ ਕਹਾਉਂਦਾ ਹੈ, ਪ੍ਰਭ ਕੀ ਕਲਾ ਬਿਨਾ ਕਹਿ ਧਾਵੇ। ਉਹਦੀ ਮਿਹਰ ਤੋਂ ਬਿਨਾਂ, ਦਾਤੇ ਤੋਂ ਬਿਨਾਂ ਇੱਕ ਛਿੰਨ ਵੀ ਉਹ ਟਿਕ ਨਹੀਂ ਸਕਦਾ। ਉਸ ਦਿਆਲੂ ਕਿਰਪਾਲੂ ਪਰਮਾਤਮਾ ਦੀ ਮਿਹਰ ਨਾਲ ਹੀ ਉਹਦੀ ਤਾਕਤ ਮੌਜੂਦ ਹੈ। ਸੱਚੇ ਪਾਤਸ਼ਾਹ ਮਿਹਰ ਕਰਦੇ ਹਨ, ਜੇ ਕੋ ਹੋਏ ਬਹਿ ਦਾਤਾਰ, ਤਿਸ ਦੇਣ ਹਾਰ ਜਾਣੇ ਗਵਾਰ। ਗੁਰੂ ਪਿਆਰਿਓ, ਇਨਸਾਨ ਸਮਾਂ ਆਉਣ ਉੱਤੇ ਜਦੋਂ ਉਹਨੂੰ ਇਹ ਪਤਾ ਚੱਲ ਜਾਂਦਾ ਹੈ ਕਿ ਮੈਂ ਦੁਨੀਆ ਵਿੱਚੋਂ ਜਾਣਾ ਹੈ, ਉਹਨੂੰ ਇਹ ਸਮਝ ਲੱਗ ਜਾਂਦੀ ਹੈ ਕਿ ਮੇਲਾ ਤਾਂ ਵਿਛੜਨ ਵਾਲਾ ਹੈ। ਫਿਰ ਉਹ ਲੋਕਾਂ ਦੇ ਵਿੱਚ ਚੰਗਾ ਵੰਡ ਦਾ ਉਪਰਾਲਾ ਕਰਦਾ ਹੈ। ਉਹਦੀ ਹਰ ਸੰਭਵ ਕੋਸ਼ਿਸ਼ ਹੁੰਦੀ ਹੈ ਕਿ ਮੈਂ ਲੋਕਾਂ ਨੂੰ ਦਾਨ ਦੇਵਾਂ। ਜੇ ਉਹਦੇ ਕੋਲ ਧਨ ਹੈ ਤਾਂ ਉਹ ਵੰਡਣ ਦੀ ਕੋਸ਼ਿਸ਼ ਕਰਦਾ ਹੈ, ਪਰ ਨਾਲ ਹੀ ਇਹ ਹੋਕਾ ਵੀ ਦਿੰਦਾ ਹੈ, ਆਪਣੀ ਮਰਿਆਦੀ ਵੀ ਕਰਵਾਉਂਦਾ ਹੈ ਕਿ ਮੈਂ ਦਾਤਾ ਬਣ ਗਿਆ, ਮੈਂ ਹੁਣ ਦੇਣਹਾਰ ਬਣ ਗਿਆ। ਧੰਨ ਧੰਨ ਗੁਰੂ ਅਰਜਨ ਦੇਵ ਜੀ ਸੱਚੇ ਪਾਤਸ਼ਾਹ ਅਪਾਰ ਕਿਰਪਾ ਕਰਦੇ ਹਨ ਕਿ ਜਿਹੜਾ ਪ੍ਰਾਣੀ ਢੋਲ ਵਜਾ ਕੇ
ਲੋਕਾਂ ਦੇ ਵਿੱਚ ਜੈ ਜੈਕਾਰ ਕਰਵਾਉਂਦਾ ਹੈ, ਉਹਦੇ ਪਾਸੇ ਪ੍ਰਭੂ ਪਿੱਠ ਕਰ ਲੈਂਦਾ ਹੈ। ਉਹਨੂੰ ਉੱਲੂ ਦਾ ਪੱਠਾ ਸਮਝਦਾ ਹੈ, ਗਵਾਰ ਸਮਝਦਾ ਹੈ, ਕਮਲਾ ਸਮਝਦਾ ਹੈ, ਬੇਅਕਲ ਸਮਝਦਾ ਹੈ। ਅਕਾਲ ਪੁਰਖ ਉਹਨੂੰ ਦਿਮਾਗ ਤੋਂ ਰਹਿਤ ਮੰਨਦਾ ਹੈ। ਜੇ ਕੋ ਹੋਏ ਬਹਿ ਦਾਤਾਰ, ਜੇ ਕੋਈ ਦਾਨੀ ਬਣ ਕੇ ਸਿਰਫ ਲੋਕਾਂ ਨੂੰ ਦੱਸਣ ਦੇ ਲਈ ਕਿ ਮੇਰੇ ਕੋਲ ਧਨ ਬਹੁਤ ਹੈ, ਹੁਣ ਮੈਂ ਵੰਡਦਾ ਹਾਂ, ਮੇਰੀ ਜੈ ਜੈਕਾਰ ਕਰੋ। ਸੱਚੇ ਪਾਤਸ਼ਾਹ ਸਾਨੂੰ ਸਮਝਾਉਂਦੇ ਹਨ ਕਿ ਅਕਾਲ ਪੁਰਖ ਨੂੰ ਇਹ ਭਾਉਂਦਾ ਨਹੀਂ ਹੈ। ਉਹਨੂੰ ਤਾਂ ਪਿਆਰ ਦੀ, ਨਿਮਰਤਾ ਦੀ ਲੋੜ ਹੈ, ਹੰਕਾਰ ਦੀ ਲੋੜ ਨਹੀਂ ਹੈ। ਇਸੇ ਕਰਕੇ ਹੀ ਗੁਰੂ ਸਾਹਿਬਾਨ ਨੇ ਉਹਨਾਂ ਹੰਕਾਰੀਆਂ ਤੋਂ ਪੈਸਾ ਨਹੀਂ ਲਿਆ, ਭੂਮੀ ਨਹੀਂ ਲਈ। ਜਿਹੜੇ ਹੰਕਾਰ ਕਰਦੇ ਕਿ ਅਸੀਂ ਗੁਰੂ ਘਰ ਨੂੰ ਇੰਨਾ ਕੁਝ ਦਿੱਤਾ ਹੈ। ਅੱਜ ਦੇ ਜ਼ਮਾਨੇ ਦੇ ਵਿੱਚ ਬੇਸ਼ੱਕ ਕੁਝ ਬਦਲ ਗਿਆ ਹੈ। ਜ਼ਿਆਦਾਤਰ ਦਿਖਾਵਾ ਹੀ ਰਹਿ ਗਿਆ ਹੈ। TV ਉੱਤੇ ਆਉਣ ਦੇ ਲਈ, ਰੇਡੀਓ ਦੇ ਵਿੱਚ ਨਾਚ ਚਮਕਾਉਣ ਦੇ ਲਈ, ਖਬਰਾਂ ਦੇ ਵਿੱਚ ਛਪਾਉਣ ਦੇ ਲਈ ਜ਼ਿਆਦਾਤਰ ਦਾਨੀ ਲੋਕ ਆਪਣਾ ਨਾਮ ਪ੍ਰਕਾਸ਼ ਕਰਦੇ ਹਨ। ਪਰ ਇਹ ਗੁਰਬਾਣੀ ਤੋਂ ਉਲਟ ਹੈ, ਗੁਰਬਾਣੀ ਦੀ ਸਿੱਖਿਆ ਤੋਂ ਬਿਲਕੁਲ ਕੋਰਾ ਹੈ। ਇਹ ਖਿਆਲ ਹੀ ਨਹੀਂ ਕਰਨਾ ਚਾਹੀਦਾ ਕਿ ਮੈਂ ਹੁਣ ਦੇ ਕੇ, ਰੋਬ ਜਮਾ ਕੇ ਲੋਕਾਂ ਉੱਤੇ ਰੋਬ ਪਾ ਲਵਾਂ ਕਿ ਮੈਂ ਧਨਵਾਨ ਤਾਂ ਹਾਂ ਹੀ, ਹੁਣ ਮੈਂ ਦਾਨੀ ਵੀ ਬਣ ਗਿਆ। ਜੇ ਕੋ ਹੋਏ ਬਹਿ ਦਾਤਾਰ, ਜੇ ਕੋਈ ਦਾਨੀ ਬਣ ਕੇ ਬਹਿ ਜਾਂਦਾ ਹੈ, ਦੱਸਦਾ ਹੈ, ਡੰਡ ਪਾਉਂਦਾ ਹੈ, ਤਿਸ ਦੇਣ ਹਾਰ ਜਾਣੇ ਗਵਾਰ। ਦੇਣ ਹਾਰਾ ਪ੍ਰਭੂ ਪ੍ਰੀਤਮ ਪਿਆਰਾ, ਉਹਨੂੰ ਅਕਲ ਤੋਂ ਰਹਿਤ ਮੰਨਦਾ ਹੈ। ਜਿਸ ਗੁਰ ਪ੍ਰਸਾਦ ਤੁਠੇ ਹਉ ਰੋਗ, ਨਾਨਕ ਸੋ ਜਨ ਸਦਾ ਅਰੋਗ। ਗੁਰੂ ਪਿਆਰਿਓ, ਜਿਹੜੇ ਬੰਦੇ ਦਾ ਗੁਰ ਪ੍ਰਸਾਦ, ਗੁਰੂ ਦੀ ਕਿਰਪਾ ਨਾਲ, ਮਿਹਰ ਨਾਲ ਟੁੱਟੇ ਹਉ ਹੰਕਾਰ, ਪ੍ਰਾਈਡ, ਘਮੰਡ, ਰੋਗ, ਭਿਆਨਕ ਬਿਮਾਰੀ, ਜਿਸ ਗੁਰ ਪ੍ਰਸਾਦ ਟੁੱਟੇ ਹਉ ਰੋਗ, ਜਿਹਦਾ ਗੁਰੂ ਦੀ ਕਿਰਪਾ ਦੇ ਨਾਲ, ਮਿਹਰ ਦੇ ਨਾਲ, ਬਖਸ਼ਿਸ਼ ਦੇ ਨਾਲ ਹੰਕਾਰ ਦਾ ਰੋਗ ਟੁੱਟ ਗਿਆ, ਨਾਨਕ ਸੋ ਜਨ ਸਦਾ ਅਰੋਗ। ਹੇ ਨਾਨਕ, ਉਹਦੀ ਬਿਮਾਰੀ ਹਟ ਗਈ ਤੇ ਉਹ ਸਦਾ ਦੇ ਲਈ ਨਵਾਂ ਨਰੋਆ ਹੋ ਗਿਆ। ਉਹ ਇਨਸਾਨ ਸਦੀਵੀ ਤੰਦਰੁਸਤੀ ਨੂੰ ਪ੍ਰਾਪਤ ਕਰ ਗਿਆ। ਉਹਨੇ ਮੁੜ ਕੇ ਬਿਮਾਰ ਹੀ ਨਹੀਂ ਹੋਣਾ। ਪ੍ਰਭੂ ਪਿਆਰੇ ਦਾ ਇਮਿਊਨ ਸਿਸਟਮ ਉਹਦੇ ਸਰੀਰ ਦੇ ਵਿੱਚ ਪ੍ਰਵੇਸ਼ ਕਰ ਗਿਆ, ਜਿਹੜਾ ਕਦੇ ਮਰਦਾ ਹੀ ਨਹੀਂ, ਜਿਹਨੂੰ ਕੋਈ ਰੋਗ ਲੱਗ ਹੀ ਨਹੀਂ ਸਕਦਾ। ਉਸ ਪ੍ਰੀਤਮ ਪਿਆਰੇ ਦਾ ਇਮਿਊਨ ਸਿਸਟਮ ਉਸ ਪ੍ਰਭੂ ਦੇ ਪਿਆਰੇ ਦੇ ਸਰੀਰ ਦੇ ਵਿੱਚ ਫੈਲ ਗਿਆ। ਦੁਨੀਆ ਦੀ ਭਿਆਨਕ ਤੋਂ ਭਿਆਨਕ ਬਿਮਾਰੀ ਤੋਂ ਉਹਦਾ ਛੁਟਕਾਰਾ ਹੋ ਗਿਆ।
ਗੁਰੂ ਪਿਆਰਿਓ, ਆਪਾਂ ਇੱਕ ਵੇਰ ਅੰਗਰੇਜ਼ੀ ਦੇ ਵਿੱਚ ਇਸੇ ਪਦ ਦੀ ਵਿਚਾਰ ਕਰ ਲਈਏ। ਰੂਪਵੰਤ ਹੋਏ ਨਾਹੀ ਮੋਹੇ। If one is beautiful, beauteous, by himself he fascinates not others. If somebody being beautiful flatter himself on others, then his beauty will be gone. ਪ੍ਰਭ ਕੀ ਜੋਤ ਸਗਲ ਘਟ ਸੋਹੇ। It is the Lord's light which looks beautiful among all the bodies. ਧਨਵੰਤਾ ਹੋਏ ਕਿਆ ਕੋ ਗਰਭ ਹੈ। Becoming rich, why should anyone feel proud? ਜਾ ਸਭ ਕਿਛ ਤਿਸ ਕਾ ਦਿਆ ਦਰਬੇ। When it is understood that everything belongs to Lord and everything comes from Him, money, material, land, why should anybody feel proud when all the richness is hands of God? At sura je ko kahave. If one calls himself a great hero, प्रभ की कला बिना कह धावे, can he make without obtaining power from the God, from the Lord? If somebody is physically strong and he boosts his strength on the weak person, he should remember that his power can be disconnected. He cannot show up. ਜੇ ਕੋ ਹੋਏ ਬਹਿ ਦਾਤਾਰ. If someone sets himself as a man of charity, ਦੇਣ ਹਾਰ ਜਾਣੇਗਾ ਵਾਰ. God consider him mentally ill. If someone sets himself as a man of charity, him the donor, means the Lord, deems to be a fool. जिस गुर प्रसाद टुटे हो रोग, whose ailment of ego is cured permanently, Nanak so jal sada rog. Nanak, that man is ever healthy. No disease of the world go to him. His pride is gone with God's grace. Guru ਪਿਆਰਿਓ, secret of life. ਧੰਨ ਗੁਰੂ ਅਰਜਨ ਦੇਵ ਜੀ ਨੇ ਆਪਣੇ ਪਿਆਰੇ ਸਿੱਖਾਂ ਨੂੰ ਸਮਝਾਇਆ ਕਿ ਤੁਸੀਂ ਜਿਉਂਦੇ ਜੀ ਇਸ ਦੁਨੀਆ ਦੇ ਵਿੱਚ ਰਹਿੰਦੇ ਹੋਏ, ਸਰੀਰ ਦੇ ਵਿੱਚ ਰਹਿੰਦੇ ਹੋਏ ਪ੍ਰਭੂ ਨੂੰ ਅਵਾਸ਼ੀ ਹੀ ਪਾ ਸਕਦੇ ਹੋ। ਤੁਹਾਨੂੰ ਕਿਸੇ ਵੀ ਮਿਡਲ ਮੈਨ ਦੀ ਲੋੜ ਨਹੀਂ। ਤੁਸੀਂ ਆਪਣੀ ਬੇਨਤੀ, ਆਪਣੀ ਜੋਦੜੀ, ਆਪਣੀ ਅਰਦਾਸ, ਆਪਣੀ ਪ੍ਰੇਅਰ ਸਿੱਧੇ ਰੂਪ ਦੇ ਵਿੱਚ ਦਤਾਰ ਸੁਆਮੀ ਪ੍ਰਮਾਤਮਾ ਨੂੰ ਕਰ ਸਕਦੇ ਹੋ। ਗੁਰੂ ਤੁਹਾਨੂੰ ਰਾਹ ਦਿਖਾਉਂਦਾ ਹੈ ਬਿਨਾਂ ਕਿਸੇ ਲਾਲਚ ਤੋਂ। ਸਿਰਫ ਤੇ ਸਿਰਫ ਤੁਹਾਨੂੰ ਜਿਹੜੀ ਰੋਜ਼ ਦੀ ਰੂਟੀਨ ਹੈ, ਹੈਬਿਟਸ ਆਫ ਐਵਰੀ ਡੇ, ਚੇਂਜ ਕਰਨੀ ਪਵੇਗੀ। ਇੱਕ ਦਿਨ ਦੇ ਵਿੱਚ ਨਹੀਂ ਹੋ ਸਕਦੀ ਆਦਤ ਬਦਲ। ਪ੍ਰਭੂ ਦੀ ਕਿਰਪਾ ਦੇ ਨਾਲ ਯਕੀਨਨ ਭੈੜੇ ਤੋਂ ਭੈੜੇ ਕੰਮ ਛੱਡੇ ਜਾਂਦੇ ਹਨ। ਡਾਕੂਆਂ ਤੋਂ ਸੇਵਕ ਬਣ ਜਾਂਦੇ ਹਨ। ਦਰਿੰਦਿਆਂ ਤੋਂ ਕੌਡੇ ਵਰਗੇ ਭਗਤ ਬਣ ਸਕਦੇ ਹਨ। ਸਵੇਰ ਤੋਂ ਸ਼ਾਮ ਤੱਕ ਠੱਗੀਆਂ ਮਾਰਨ ਵਾਲਾ ਸੱਜਣ
ਗੁਰੂ ਦੇ ਚਰਨਾਂ ਦਾ ਸੇਵਕ ਬਣ ਸਕਦਾ ਹੈ, ਫਿਰ ਕਿਉਂ ਨਾ ਉਸ ਪਿਆਰੇ ਪ੍ਰਭੂ ਦੀ ਮੰਨ ਲਈ ਜਾਵੇ, ਗੁਰੂ ਦਾ ਦਿਖਾਇਆ ਹੋਇਆ ਰਸਤਾ ਚੁਣ ਲਿਆ ਜਾਵੇ। ਇਸ ਹੰਕਾਰ ਨੂੰ ਛੱਡ ਕੇ ਇੱਕ ਅਦਨਾ ਸੇਵਕ ਬਣ ਕੇ ਆਪਣੇ ਜੀਵਨ ਦੇ ਵਿੱਚ ਮੋਕਸ਼ ਲਿਆਂਦਾ ਜਾਵੇ। ਫਿਰ ਉਸ ਮੋਕਸ਼ ਦੀ ਰੌਸ਼ਨੀ 13 ਕਰਕੇ ਵੰਡੀ ਜਾਵੇ। ਬਿਲਕੁਲ ਕਿਸੇ ਗਰੀਡ ਤੋਂ ਬਿਨਾਂ, ਕਿਸੇ ਸਵਾਰਥ ਤੋਂ ਬਿਨਾਂ। ਗੁਰੂ ਪਿਆਰਿਓ, ਸੱਚੇ ਪਾਤਸ਼ਾਹ ਨੇ ਮਿਹਰ ਕੀਤੀ ਹੈ, ਅਪਾਰ ਕਿਰਪਾ ਕੀਤੀ ਹੈ। 15ਵੀਂ ਅਸ਼ਟਪਦੀ ਦਾ ਦੂਸਰਾ ਪਦ ਅੱਜ ਇੰਨਾ ਹੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।